ਬਹੁਪਤੀ ਵਿਆਹ ਸੰਸਾਰ ਦੇ ਕੁਝ ਹਿੱਸਿਆਂ ਵਿੱਚ ਬਹੁਪਤੀ ਦਾ ਪ੍ਰਚਲਨ ਹੈ। ਇਹ ਵਿਆਹ ਦਾ ਉਹ ਰੂਪ ਹੈ ਜਿਸ ਦੇ ਅਨੁਸਾਰ ਇੱਕ ਪਤਨੀ ਇੱਕ ਹੀ ਸਮੇਂ ਵਿੱਚ ਇੱਕ ਤੋਂ ਜ਼ਿਆਦਾ ਪੁਰਖਾਂ ਦੇ ਨਾਲ ਵਿਆਹ ਕਰਦੀ ਹੈ। ਤਿੱਬਤ ਵਿੱਚ ਇਹ ਪ੍ਰਥਾ ਆਮ ਪ੍ਰਚਲਿਤ ਹੈ, ਜਿੱਥੇ ਸਮਾਜਿਕ ਜੀਵਨ ਦੀਆਂ ਦਸ਼ਾਵਾਂ ਬਹੁਤ ਕਠੋਰ ਹਨ, ਜਿੱਥੇ ਇੱਕ ਪਰਿਵਾਰ ਦੇ ਪਾਲਣ ਪੋਸ਼ਣ ਲਈ ਇੱਕ ਤੋਂ ਜ਼ਿਆਦਾ ਪੁਰਖਾਂ ਦੀ ਸਹਾਇਤਾ ਦੀ ਲੋੜ ਹੈ। ਪੋਲੀਨੇਸ਼ੀਆ ਤੇ ਮਾਰਕਿਊਨਿਜ਼ਮ ਅਤੇ ਮਾਲਾਬਾਰ ਤੇ ਟੋਡਾ ਵਿੱਚ ਵੀ ਇਹ ਪ੍ਰਥਾ ਪ੍ਰਚਲਿਤ ਹੈ। ਹਿੰਦੂ ਧਰਮ ਸ਼ਾਸਤਰ ਵਿੱਚ 5 ਪਾਂਡਵਾਂ ਦੀ ਇੱਕ ਹੀ ਪਤਨੀ ਦ੍ਰੋਪਦੀ ਦੀ ਕਥਾ ਆਉਂਦੀ ਹੈ। ਕੁਝ ਕਬੀਲਿਆਂ ਜਿਵੇਂ ਨਮੀਬਾ, ਵੈਨਜ਼ੇਬਲ, ਯੂਰੋਰਾ, ਐਕਚਾਕੋ, ਲੈਗੂਆ, ਸਹਿਲੀ, ਮੁੰਡਾ ਅਤੇ ਮਹਿਲੀਆ ਮਹਾਦੀਪ ਦੇ ਪ੍ਰਚਲੀਨ ਕਬੀਲਿਆਂ ਵਿੱਚੋਂ ਬਹੁਪਤੀ ਪ੍ਰਥਾ ਦਾ ਪ੍ਰਚਲਨ ਹੈ। ਕੁਝ ਵੀ ਹੋਵੇ, ਇਹ ਪ੍ਰਥਾ ਵਿਆਹ ਦੀਆਂ ਹੋਰ ਪ੍ਰਣਾਲੀਆਂ ਤੋਂ ਘੱਟ ਪ੍ਰਚਲਿਤ ਹੈ ਅਤੇ ਆਮ ਕਰਕੇ ਕੁਝ ਵਿਸ਼ੇਸ਼ ਅਤੇ ਉਰਗ ਪ੍ਰਸਥਿਤੀਆਂ ਦਾ ਮੁਕਾਬਲਾ ਕਰਨ ਲਈ ਇਸ ਪ੍ਰਥਾ ਦਾ ਪ੍ਰਚਲਨ ਹੋਇਆ ਹੈ। ਇਸ ਪ੍ਰਥਾ ਦੀਆਂ ਹੇਠ ਲਿਖੀਆਂ ਪਰਿਭਾਸ਼ਾਵਾਂ ਹਨ। ਕੇ.ਐਮ. ਕਪਾੜੀਆ ਦੇ ਸ਼ਬਦਾਂ ਵਿੱਚ ਬਹੁਪਤਨੀ ਇੱਕ ਅਜਿਹੀ ਸੰਸਥਾ ਹੈ ਜਿਸ ਵਿੱਚ ਇੱਕ ਇਸਤਰੀ ਦੇ ਇੱਕ ਹੀ ਸਮੇਂ 'ਤੇ ਇੱਕ ਤੋਂ ਜ਼ਿਆਦਾ ਪਤੀ ਹੁੰਦੇ ਹਨ, ਜਾਂ ਇਸ ਪ੍ਰਥਾ ਦੇ ਅਨੁਸਾਰ ਸਾਰੇ ਭਰਾਵਾਂ ਦੀ ਸਮੂਹਿਕ ਰੂਪ ਨਾਲ ਇੱਕ ਪਤਨੀ ਜਾਂ ਅਨੇਕਾਂ ਪਤਨੀਆਂ ਹੁੰਦੀਆਂ ਹਨ। ਇਸ ਪ੍ਰਥਾ ਦੇ ਅਨੁਸਾਰ ਇੱਕ ਇਸਤਰੀ ਦੇ ਇੱਕ ਤੋਂ ਜ਼ਿਆਦਾ ਪਤੀ ਹੁੰਦੇ ਹਨ। ਸਾਧਾਰਨ ਤੌਰ 'ਤੇ ਸਭ ਭਰਾ ਨੂੰ ਪਰਿਵਾਰ ਵਿੱਚ ਜ਼ਿਆਦਾ ਅਧਿਕਾਰ ਪ੍ਰਾਪਤ ਹੁੰਦੇ ਹਨ। ਜੋ ਸਾਰੇ ਪਤੀ ਆਪਸ ਭਰਾ ਹਨ, ਤਾਂ ਛੋਟੇ ਭਰਾਵਾਂ ਨੂੰ ਯੌਨ ਸੰਬੰਧੀ ਮਾਮਲਿਆਂ ਵਿੱਚ ਜਠੇਰੇ ਭਰਾ ਦੀਆਂ ਆਗਿਆ ਦਾ ਪਾਲਣ ਕਰਨਾ ਪੈਂਦਾ ਹੈ। ਮਾਤਰ ਸਥਾਨਿਕ ਪਰਿਵਾਰਾਂ ਵਿੱਚ ਇਸਤਰੀਆਂ ਨੂੰ ਆਪਣੇ ਪਤੀ ਦੀ ਚੋਣ ਨੂੰ ਸੁਤੰਤਰ ਹੁੰਦੀ ਹੈ, ਜਦੋਂ ਕਿ ਪਿੱਤਰ ਪਰਿਵਾਰਾਂ ਵਿੱਚ ਕਈ ਪੁਰਖ ਮਿਲ ਕੇ ਇੱਕ ਇਸਤਰੀ ਨਾਲ ਵਿਆਹ ਸੰਬੰਧ ਸਥਾਪਿਤ ਕਰ ਲੈਂਦੇ ਹਨ। ਵਿਆਹ ਦੇ ਕਾਰਨ ਸਮਾਜਿਕ ਅਤੇ ਆਰਥਿਕ ਵੀ ਹੋ ਸਕਦੇ ਹਨ। ਆਮ ਕਰਕੇ ਬਹੁਪਤੀ ਪਰਿਵਾਰਾਂ ਵਿੱਚ ਬੱਚੇ ਦੇ ਪ੍ਰਤਿਰਵ ਨੂੰ ਇੱਕ ਸਮਾਜਿਕ ਪ੍ਰਥਾ ਦੁਆਰਾ ਮਾਨਤਾ ਦਿੱਤੀ ਜਾਂਦੀ ਹੈ। ਜਿਸ ਨੂੰ ਇਹ ਪ੍ਰਥਾ ਸੰਪੰਨ ਕਰਨ ਦਾ ਅਧਿਕਾਰ ਹੁੰਦਾ ਹੈ, ਉਸ ਨੂੰ ਬੱਚੇ ਦਾ ਪਿਤਾ ਮੰਨ ਲਿਆ ਜਾਂਦਾ ਹੈ। ਵਿਆਹ ਦੇ ਇਸ ਭੇਦ ਵਿੱਚ ਆਮ ਕਰਕੇ ਮਾਂ ਦੀ ਸਥਿਤੀ ਪ੍ਰਭਾਵਸ਼ਾਲੀ ਹੁੰਦੀ ਹੈ। ਕਈ ਸਮਾਜਾਂ ਵਿੱਚ ਪਿਤਾ ਸਥਾਈ ਰੂਪ ਨਾਲ ਪਰਿਵਾਰ ਦੇ ਨਾਲ ਨਹੀਂ ਰਹਿੰਦਾ, ਸਗੋਂ ਉਹ ਕਦੇ-ਕਦੇ ਨਿਸ਼ਚਿਤ ਮਿਆਦ ਦੇ ਲਈ ਪਰਿਵਾਰਾਂ ਦੇ ਨਾਲ ਰਹਿੰਦਾ ਹੈ। ਬਹੁਪਤੀ ਵਿਆਹ ਦੀਆਂ ਕਿਸਮਾਂ। ਮਾਨਵਤਾ ਬਹੁਪਤੀ ਵਿਆਹ। ਇਸ ਪ੍ਰਥਾ ਦੇ ਅਨੁਸਾਰ ਇਸਤਰੀ ਦੇ ਸਾਰੇ ਪਤੀ ਆਪਸ ਵਿੱਚ ਭਰਾ ਹੁੰਦੇ ਹਨ। ਭਾਰਤ ਵਿੱਚ ਇਸ ਵਿਆਹ ਦਾ ਪ੍ਰਚਲਨ ਖਾਸ ਜਨਜਾਤੀ ਵਿੱਚ ਹੈ। ਇਸ ਪ੍ਰਕਾਰ ਦੇ ਸਾਰੇ ਛੋਟੇ ਭਰਾ ਇਸਤਰੀ ਦੇ ਪਤੀ ਮੰਨੇ ਜਾਂਦੇ ਹਨ। ਪਤੀ ਦਾ ਉਹ ਭਰਾ ਜਿਸ ਦਾ ਜਨਮ ਵਿਆਹ ਦੇ ਉਪਰੰਤ ਹੁੰਦਾ ਹੈ, ਉਹ ਵੀ ਇਸਤਰੀ ਦਾ ਪਤੀ ਮੰਨਿਆ ਜਾਂਦਾ ਹੈ। ਬਾਲਿਗ ਹੋਣ 'ਤੇ ਇਸ ਨੂੰ ਹੋਰ ਇਸਤਰੀ ਨਾਲ ਵਿਆਹ ਸੰਬੰਧ ਸਥਾਪਿਤ ਕਰਨ ਦੀ ਆਗਿਆ ਮਿਲ ਸਕਦੀ ਹੈ, ਪਰ ਉਸ ਦੀ ਪਤਨੀ ਨਾਲ ਸਾਰੇ ਭਰਾਵਾਂ ਨੂੰ ਯੌਨ ਸੰਬੰਧ ਸਥਾਪਿਤ ਕਰਨ ਦਾ ਅਧਿਕਾਰ ਹੈ। ਜੇਕਰ ਕੋਈ ਭਰਾ ਆਪਣੀ ਪਤਨੀ ਦੇ ਨਾਲ ਦੂਜੇ ਭਰਾਵਾਂ ਦੀ ਹਿੱਸੇਦਾਰੀ ਸਵੀਕਾਰ ਨਹੀਂ ਕਰਦਾ, ਤਾਂ ਉਸ ਨੂੰ ਪ੍ਰਤੀਕ ਸੰਪੱਤੀ ਦੇ ਅਧਿਕਾਰ ਤੋਂ ਵਾਂਝਿਆ ਕੀਤਾ ਜਾ ਸਕਦਾ ਹੈ। ਜੇਠੇ ਭਰਾ ਤੋਂ ਪਰਿਵਾਰ ਦੇ ਨਿਪਵਾਹ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਦੀ ਮੁੱਖ ਜ਼ਿੰਮੇਦਾਰੀ ਹੁੰਦੀ ਹੈ। ਸਭ ਤੋਂ ਵੱਡਾ ਬੱਚਾ ਜਠੇਰਾ ਮੰਨਿਆ ਜਾਂਦਾ ਹੈ। ਫਿਰ ਇਸੇ ਕ੍ਰਮ ਨਾਲ ਬੱਚਿਆਂ ਦੇ ਪਿਤਰਵ ਦਾ ਨਿਰਧਾਰਿਤ ਕੀਤਾ ਜਾਂਦਾ ਹੈ। ਅਮਾਤਰਵ ਬਹੁਪਤੀ ਵਿਆਹ। ਇਸ ਪ੍ਰਕਾਰ ਦੇ ਵਿਆਹ ਵਿੱਚ ਇਸਤਰੀ ਦੇ ਸਾਰੇ ਭਰਾ ਨਹੀਂ ਹੁੰਦੇ। ਇਸ ਪ੍ਰਥਾ ਦਾ ਪ੍ਰਚਲਨ ਨੀਲਗਿਰੀ ਦੇ ਟੋਡਾ ਜਨਜਾਤੀ ਵਿੱਚ ਪਾਇਆ ਜਾਂਦਾ ਹੈ। ਸਾਰੇ ਪਤੀ ਵੱਖ-ਵੱਖ ਥਾਵਾਂ ਦੇ ਨਿਵਾਸੀ ਹੋ ਸਕਦੇ ਹਨ ਅਤੇ ਪਤਨੀ ਨਿਸ਼ਚਿਤ ਕਾਲ ਲਈ ਵਾਰੀ-ਵਾਰੀ ਹਰੇਕ ਪਤੀ ਦੇ ਨਾਲ ਰਹਿੰਦੀ ਹੈ। ਆਮ ਕਰਕੇ ਉਹ ਇੱਕ ਪੁਰਖ ਦੇ ਨਾਲ 1 ਮਹੀਨੇ ਦੀ ਅਵਧੀ ਤੋਂ ਜ਼ਿਆਦਾ ਸਮੇਂ ਨਹੀਂ ਰਹਿ ਸਕਦੀ। ਇਸ ਕਬੀਲੇ ਵਿੱਚ ਸਮਾਜ ਵਿੱਚ ਇਸਤਰੀ ਨੂੰ ਬਤੀਤ ਕਰਨਾ ਪੈਂਦਾ ਹੈ। ਬੱਚੇ ਦਾ ਪਿਤਰਵ ਨਿਰਧਾਰਿਤ ਇੱਕ ਸਮਾਜਿਕ ਪ੍ਰਥਾ ਦੁਆਰਾ ਹੁੰਦਾ ਹੈ। ਇਸ ਪ੍ਰਥਾ ਦੇ ਅਨੁਸਾਰ ਗਰਭ ਅਵਸਥਾ ਵਿੱਚ ਜੋ ਪਤੀ ਇਸਤਰੀ ਨੂੰ ਤੀਰ ਕਮਾਨ ਦਿੰਦਾ ਹੈ, ਉਹ ਹੀ ਬੱਚੇ ਦਾ ਪਿਤਾ ਮੰਨ ਲਿਆ ਜਾਂਦਾ ਹੈ। ਵਾਰੀ-ਵਾਰੀ ਸਾਰੇ ਪਤੀਆਂ ਨੂੰ ਇਹ ਅਧਿਕਾਰ ਦਿੱਤਾ ਜਾਂਦਾ ਹੈ। ਬਹੁਪਤੀ ਵਿਆਹ ਦੇ ਕਾਰਨ। ਕੁਝ ਕਬੀਲਿਆਂ ਵਿੱਚ ਇਸਤਰੀਆਂ ਦੀ ਵਸੋਂ ਪੁਰਖਾਂ ਦੀ ਤੁਲਨਾ ਵਿੱਚ ਘੱਟ ਹੁੰਦੀ ਹੈ। ਹਰੇਕ ਕਬੀਲੇ ਅਕਸਰ ਅੰਤਰ ਵਿਆਹ ਸਮੂਹ ਹੁੰਦਾ ਹੈ, ਜਿਸ ਦੇ ਨਤੀਜੇ ਵਜੋਂ ਸਮਾਜ ਵਿੱਚ ਬਹੁਪਤੀ ਵਿਆਹ ਦੀ ਪ੍ਰਥਾ ਨੂੰ ਅਪਣਾਉਣਾ ਪੈਂਦਾ ਹੈ ਤਾਂ ਕਿ ਸਾਰੇ ਪੁਰਖਾਂ ਨੂੰ ਪਤਨੀ ਮਿਲ ਸਕੇ। ਕਈ ਕਬੀਲੇ
ਸਮਾਜਾਂ ਵਿੱਚ ਬਹੂ ਦੁਲਹਨ ਮੁੱਲ ਦੀ ਪ੍ਰਥਾ ਦਾ ਪ੍ਰਚਲਨ ਹੈ। ਇਸ ਪ੍ਰਥਾ ਦੇ ਅਨੁਸਾਰ ਵਿਆਹ ਦੇ ਸਮੇਂ ਹਰੇਕ ਪੁਰਖ ਨੂੰ ਪਤਨੀ ਦਾ ਮੁੱਲ ਚੁਕਾਉਣਾ ਪੈਂਦਾ ਹੈ। ਜਦੋਂ ਹਰੇਕ ਵਿਅਕਤੀ ਲਈ ਬਹੂ ਮੁੱਲ ਚੁਕਾਉਣਾ ਅਸੰਭਵ ਹੁੰਦਾ ਹੈ ਤਾਂ ਕਈ ਭਰਾ ਜਾਂ ਦੂਜੇ ਪੁਰਖ ਮਿਲ ਕੇ ਬਹੂ ਮੁੱਲ ਚੁਕਾਉਂਦੇ ਹਨ ਅਤੇ ਇੱਕ ਇਸਤਰੀ ਨਾਲ ਵਿਆਹ ਸੰਬੰਧ ਸਥਾਪਿਤ ਕਰ ਲੈਂਦੇ ਹਨ। ਬਹੁਪਤੀ ਵਿਆਹ ਦਾ ਇੱਕ ਹੋਰ ਕਾਰਨ ਕਬੀਲਾਈ ਲੋਕਾਂ ਦਾ ਕਠੋਰ ਕੁਦਰਤੀ ਪਰਿਸਥਿਤੀਆਂ ਵਿੱਚ ਨਿਵਾਸ ਵੀ ਮੰਨਿਆ ਜਾ ਸਕਦਾ ਹੈ। ਇਹਨਾਂ ਪਰਿਸਥਿਤੀਆਂ ਦੇ ਕਾਰਨ ਕਿਸੇ ਇੱਕ ਪੁਰਖ ਲਈ ਸੰਪੂਰਨ ਪਰਿਵਾਰ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਚੁੱਕਣੀ ਔਖੀ ਹੈ, ਜਿਸ ਨਾਲ ਪੁਰਖ ਮਿਲ ਕੇ ਇੱਕ ਪਰਿਵਾਰ ਦਾ ਨਿਰਮਾਣ ਕਰਦੇ ਹਨ, ਜਿਸ ਨਾਲ ਪਾਲਣ ਪੋਸ਼ਣ ਦਾ ਬੋਝ ਸਾਰਿਆਂ ਦੇ ਹੁੰਦਾ ਹੈ। ਡਾਕੇ ਕਪਾੜੀਆ ਨੇ ਵੀ ਬਹੁਪਤੀ ਵਿਆਹ ਦਾ ਕਾਰਨ ਕਠੋਰ ਕੁਦਰਤੀ ਪਰਿਸਥਿਤੀਆਂ ਨੂੰ ਮੰਨਿਆ ਹੈ। ਉਹਨਾਂ ਦੇ ਵਿਚਾਰ ਅਨੁਸਾਰ ਕਬੀਲਾਈ ਪਰਿਵਾਰ ਵਿੱਚ ਪੁਰਖ ਵਿੱਚ ਜੀਵਿਕਾ ਕਮਾਉਣ ਲਈ ਚਿਰਕਾਲ ਤੱਕ ਪਰਿਵਾਰ ਤੋਂ ਦੂਰ ਰਹਿਣਾ ਪੈਂਦਾ ਹੈ। ਬਹੁਪਤੀਆਂ ਦੀ ਵਿਵਸਥਾ ਦੇ ਕਾਰਨ ਇੱਕ ਪੁਰਖ ਦੇ ਦੂਰ ਜਾਣ ਨਾਲ ਹੋਰ ਪੁਰਖਾਂ ਦਾ ਪਰਿਵਾਰ ਦੀ ਦੇਖਭਾਲ ਲਈ ਘਰ ਵਿੱਚ ਰਹਿਣਾ ਜ਼ਰੂਰੀ ਹੈ। ਬਹੁਪਤੀ ਵਿਆਹ ਇਸ ਜ਼ਰੂਰਤ ਦੀ ਪੂਰਤੀ ਕਰਦਾ ਹੈ। ਕੁਝ ਵਿਚਾਰਕਾਂ ਦੇ ਅਨੁਸਾਰ ਕੁਦਰਤੀ ਸਾਧਨਾਂ ਵਿੱਚ ਕਮੀ ਹੋਣ ਦੇ ਕਾਰਨ ਕਬੀਲਾਈ ਸਮਾਜਾਂ ਨੇ ਪਰਿਵਾਰਾਂ ਦੇ ਆਕਾਰ ਨੂੰ ਸੀਮਿਤ ਕਰਨ ਲਈ ਵੀ ਇਸ ਪ੍ਰਥਾ ਨੂੰ ਅਪਣਾਇਆ ਹੈ। ਸੰਪੱਤੀ ਦੀ ਵੰਡ ਨੂੰ ਰੋਕਣ ਲਈ ਵੀ ਇਸ ਪ੍ਰਥਾ ਨੂੰ ਕਬੀਲਾਈ ਸਮਾਜਾਂ ਵਿੱਚ ਉਤਸ਼ਾਹ ਦਿੱਤਾ ਹੈ। ਜਦੋਂ ਸਾਰੇ ਭਰਾਵਾਂ ਦੀ ਸੰਯੁਕਤ ਰੂਪ ਵਿੱਚ ਇੱਕ ਪਤਨੀ ਅਤੇ ਸੰਯੁਕਤ ਬੱਚੇ ਹੋਣਗੇ ਤਾਂ ਸੰਪੱਤੀ ਦੀ ਵੰਡ ਦਾ ਪ੍ਰਸ਼ਨ ਹੀ ਨਹੀਂ ਉੱਠਦਾ। ਬਹੁਪਤੀ ਵਿਆਹ ਦੇ ਕਾਰਨ ਇਸ ਪ੍ਰਥਾ ਨੇ ਕਬੀਲਾਈ ਸਮਾਜਾਂ ਵਿੱਚ ਸੰਗਠਿਤ ਅਤੇ ਵਿਵਸਥਿਤ ਪ੍ਰਣਾਲੀ ਬਣਾਈ ਰੱਖਣ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਇਸ ਦੇ ਮੁੱਖ ਲਾਭ ਹੇਠ ਲਿਖੇ ਹਨ। ਪਰਿਵਾਰਕ ਤਣਾਵਾਂ ਅਤੇ ਝਗੜਿਆਂ ਦੇ ਕਾਰਨ ਭਰਾਵਾਂ ਦਾ ਸਾਂਝਾ ਪਰਿਵਾਰ ਹੁੰਦਾ ਹੈ। ਸਾਂਝੇ ਹਿੱਤ, ਸਾਂਝਾ ਪਰਿਵਾਰ ਅਤੇ ਸਾਂਝੀ ਪਤਨੀ ਹੋਣ ਦੇ ਕਾਰਨ ਅਜਿਹੇ ਪਰਿਵਾਰ ਵਿੱਚ ਲੜਾਈ ਝਗੜੇ ਅਤੇ ਸੰਭਾਵਨਾ ਘੱਟ ਹੋ ਜਾਂਦੀ ਹੈ। ਉੱਚ ਆਰਥਿਕ ਪੱਧਰ ਅਜਿਹੇ ਪਰਿਵਾਰਾਂ ਵਿੱਚ ਪ੍ਰਤੀਕ ਸੰਪੱਤੀ ਦੀ ਵੰਡ ਦਾ ਪ੍ਰਸ਼ਨ ਹੀ ਨਹੀਂ ਉੱਠਦਾ, ਕਿਉਂਕਿ ਸਾਰੇ ਭਰਾਵਾਂ ਦਾ ਇੱਕ ਹੀ ਪਰਿਵਾਰ ਹੁੰਦਾ ਹੈ। ਪਰਿਵਾਰ ਦਾ ਆਕਾਰ ਵੀ ਸੀਮਿਤ ਰਹਿੰਦਾ ਹੈ, ਜਿਸ ਨਾਲ ਪਰਿਵਾਰ ਦੇ ਗੈਰ ਜ਼ਰੂਰੀ ਆਰਥਿਕ ਭਾਰ ਨਹੀਂ ਪੈਂਦਾ। ਬਹੁਪਤੀ ਵਿਆਹ ਸਮੁਦਾਇ ਵਿੱਚ ਵੀ ਵਸੋਂ ਦੇ ਵਾਧੇ ਨੂੰ ਰੋਕਦਾ ਹੈ, ਜਿਸ ਨਾਲ ਸਮਾਜ ਦੇ ਆਰਥਿਕ ਸੋਮਿਆਂ ਤੇ ਵਸੋਂ ਦਾ ਗੈਰ ਜ਼ਰੂਰੀ ਪ੍ਰਭਾਵ ਨਹੀਂ ਪੈਂਦਾ ਅਤੇ ਉੱਚ ਆਰਥਿਕ ਪੱਧਰ ਨੂੰ ਬਣਾਈ ਰੱਖਣਾ ਸੰਭਵ ਹੁੰਦਾ ਹੈ। ਬੱਚਿਆਂ ਦਾ ਉਚਿਤ ਪਾਲਣ ਪੋਸ਼ਣ ਬਹੁਪਤੀ ਪਰਿਵਾਰਾਂ ਵਿੱਚ ਬੱਚਿਆਂ ਦੇ ਪਾਲਣ ਪੋਸ਼ਣ ਦਾ ਬੋਝ ਕੇਵਲ ਇੱਕ ਪੁਰਖ ਤੇ ਨਹੀਂ ਹੁੰਦਾ, ਸਗੋਂ ਅਨੇਕਾਂ ਪੁਰਖਾਂ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ, ਜਿਸ ਨਾਲ ਬੱਚਿਆਂ ਦਾ ਪਾਲਣ ਪੋਸ਼ਣ ਅਨੇਕਾਂ ਪੁਰਖਾਂ ਦੀ ਦੇਖ-ਰੇਖ ਵਿੱਚ ਹੁੰਦਾ ਹੈ। ਬਹੁਪਤੀ ਵਿਆਹ ਦੇ ਦੋਸ਼ ਇਸ ਸੰਸਥਾ ਦੇ ਸਰੀਰਕ ਅਤੇ ਸਮਾਜ ਸ਼ਾਸਤਰ ਦ੍ਰਿਸ਼ਟੀਕੋਣਾਂ ਵਿੱਚ ਮੁੱਖ ਦੋਸ਼ ਹੇਠ ਲਿਖੇ ਹਨ। ਇਸ ਪ੍ਰਥਾ ਦੇ ਕਾਰਨ ਇਸਤਰੀਆਂ ਦੇ ਸਵਸਥ ਦਾ ਪਤਨ ਹੋਣ ਦਾ ਡਰ ਹੁੰਦਾ ਹੈ। ਇੱਕ ਇਸਤਰੀ ਦਾ ਅਨੇਕ ਪੁਰਖਾਂ ਨਾਲ ਸਰੀਰਕ ਸੰਬੰਧ ਰੱਖਣਾ ਉਸਦੇ ਸਵਸਥ ਦੇ ਲਈ ਹਾਨੀਕਾਰਕ ਸਿੱਧ ਹੋ ਸਕਦਾ ਹੈ। ਨਿਰੰਤਰ ਗਰਭ ਧਾਰਨ ਦੇ ਕਾਰਨ ਵੀ ਕਈ ਗੰਭੀਰ ਰੋਗਾਂ ਨਾਲ ਗ੍ਰਸਤ ਹੋ ਜਾਂਦੀ ਹੈ। ਇਸ ਪ੍ਰਥਾ ਨੇ ਇਸਤਰੀਆਂ ਦੀ ਜਣਨ ਦੀ ਸਮਰੱਥਾ ਰੇਟ ਆਫ ਫਰਟੀਲਿਟੀ ਨੂੰ ਵੀ ਪ੍ਰਭਾਵਿਤ ਕੀਤਾ ਹੈ। ਕਈ ਕਬੀਲਿਆਂ ਵਿੱਚ ਬਹੁਪਤੀ ਪਰਿਵਾਰਾਂ ਵਿੱਚ ਪਿਤਾ ਸਥਾਈ ਰੂਪ ਨਾਲ ਪਤਨੀ ਜਾਂ ਪਰਿਵਾਰ ਨਾਲ ਨਹੀਂ ਰਹਿੰਦੇ। ਉਹ ਸਿਰਫ ਸਮਾਜਿਕ ਪ੍ਰਥਾਵਾਂ ਦੁਆਰਾ ਨਿਰਧਾਰਿਤ ਨਿਸ਼ਚਿਤ ਸਮੇਂ ਦੇ ਲਈ ਟੱਬਰ ਨਾਲ ਰਹਿੰਦੇ ਹਨ। ਸਿੱਟੇ ਵਜੋਂ ਟੱਬਰ ਨੂੰ ਚਲਾਉਣਾ ਦਾ ਸਾਰਾ ਇਸਤਰੀਆਂ ਤੇ ਪੈਂਦਾ ਹੈ। ਇਸਤਰੀਆਂ ਨੂੰ ਪੁਰਖਾਂ ਦੇ ਮੁਕਾਬਲੇ ਸਖਤ ਮਿਹਨਤ ਕਰਨੀ ਪੈਂਦੀ ਹੈ। ਬੱਚਿਆਂ ਦੇ ਦੇਖ ਭਾਲ ਅਤੇ ਉਹਨਾਂ ਨੂੰ ਆਰਥਿਕ ਸੁਰੱਖਿਆ ਪ੍ਰਦਾਨ ਕਰਨਾ ਇਸਤਰੀਆਂ ਦੀ ਹੀ ਜ਼ਿੰਮੇਵਾਰੀ ਹੈ। ਇਸ ਅਵਸਥਾ ਨਾਲ ਸਮਾਜ ਵਿੱਚ ਅਨੈਤਿਕਤਾ ਵੱਧਦੀ ਹੈ। ਯੌਨ ਸੰਬੰਧਾਂ ਨਾਲ ਇਸਤਰੀਆਂ ਨੂੰ ਬਹੁਤ ਹੀ ਢਿੱਲ ਦਿੱਤੀ ਜਾਂਦੀ ਹੈ, ਜੋ ਸਾਰੇ ਮਨੁੱਖ ਦੀ ਨੈਤਿਕ ਵਿਵਸਥਾ ਨੂੰ ਪ੍ਰਭਾਵਿਤ ਕਰਦੀ ਹੈ। ਇਸ ਵਿਆਹ ਦੀ ਵਿਵਸਥਾ ਮਨੁੱਖੀ ਸੁਭਾਅ ਦੇ ਪ੍ਰਤੀਕੂਲ ਹੈ। ਮਨੁੱਖ ਵਿੱਚ ਏਕਾਧਿਕਾਰ ਦੀ ਭਾਵਨਾ ਅਤੀ ਪ੍ਰਬਲ ਹੁੰਦੀ ਹੈ, ਪਰ ਇਸ ਵਿਵਸਥਾ ਦੇ ਅਨੁਸਾਰ ਪੁਰਖ ਨੂੰ ਆਪਣੀ ਪਤਨੀ ਅਤੇ ਬੱਚਿਆਂ ਵਿੱਚ ਦੂਜਿਆਂ ਦੀ ਹਿੱਸੇਦਾਰੀ ਨੂੰ ਵੀ ਸਵੀਕਾਰ ਕਰਨਾ ਪੈਂਦਾ ਹੈ, ਜਿਸ ਦਾ ਨਤੀਜਾ ਅਨੇਕ ਪ੍ਰਕਾਰ ਦੇ ਤਣਾਅ ਅਤੇ ਪਰਿਵਾਰਕ ਝਗੜੇ ਹਨ, ਜੋ ਪਰਿਵਾਰ ਦੇ ਸੁਖਮਈ ਅਤੇ ਸ਼ਾਂਤਮਈ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ। ਇਹ ਵਿਆਹ ਦਾ ਭੇਦ ਆਮ ਪ੍ਰਚਲਿਤ ਨਹੀਂ ਹੈ। ਇਸ ਦਾ ਪ੍ਰਚਲਨ ਅਕਸਰ ਕੁਝ ਇੱਕ ਕਬੀਲਾਈ ਸਮਾਜਾਂ ਵਿੱਚ ਹੀ ਹੈ, ਪਰ ਆਧੁਨਿਕ ਸਮੇਂ ਵਿੱਚ ਜਿਵੇਂ-ਜਿਵੇਂ ਇਹਨਾਂ ਸਮਾਜਾਂ ਦਾ ਆਧੁਨਿਕਰਨ ਹੋ ਰਿਹਾ ਹੈ, ਕਬੀਲੀ ਲੋਕ ਇਸ ਪ੍ਰਥਾ ਨੂੰ ਤਿਆਗ ਰਹੇ ਹਨ।